The biggest South Asian media group, Y Media. Y Media. Y Media has newspaper, midweek, radio, South Asian Pulse, television. You are watching Channel Y. Channel Y. A South Asian Canadian channel. Online, SouthAsianDaily.com. The biggest South Asian media group, Y Media. You are watching Channel Y. Channel Y. A South Asian Canadian channel. ਚੈਨਲ ਵਾਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਯੂਥ ਜਸਵਾਲ ਵੱਲੋਂ ਸਵਾਗਤ ਹੈ ਔਰ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜੀ ਟੈਕਸੇਸ਼ਨ ਬਾਰੇ ਕਈ ਸਾਰੇ ਸਵਾਲ ਅਕਸਰ ਸਾਨੂੰ ਮਿਲਦੇ ਰਹਿੰਦੇ ਨੇ ਸੋ ਉਹਦੇ ਬਾਰੇ ਗੱਲਬਾਤ ਕਰਨ ਲਈ ਅੱਜ ਅਸੀਂ ਸਟੂਡੀਓ 'ਚ ਇਨਵਾਈਟ ਕੀਤਾ ਹੈਗਾ ਹਰਪ੍ਰੀਤ ਵਡੇਰਾ ਜੀ ਨੂੰ। ਹਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਗੱਲਬਾਤ ਅਸੀਂ ਕਰਨਾ ਚਾਹੁੰਦੇ ਹਾਂ ਅੱਜ ਕੱਲ੍ਹ ਬਹੁਤ ਸਾਰੇ ਲੋਕ ਕਿਉਂਕਿ ਰੀਅਲ ਸਟੇਟ ਦੀ ਮਾਰਕੀਟ ਬੜੀ ਤੇਜ਼ੀ ਨਾਲ ਚੱਲ ਰਹੀ ਹੈ, ਬੜੇ ਸਾਰੇ ਲੋਕ ਅੱਜ ਕੱਲ੍ਹ ਘਰਾਂ ਦੇ ਵਿੱਚ ਇਨਵੈਸਟ ਕਰ ਰਹੇ ਨੇ। ਸੋ ਇਹ ਕੁਝ ਲੋਕ ਕਹਿੰਦੇ ਕਿ ਜੀ ਅਸੀਂ ਪਰਸਨਲ ਨਾਮ ਦੇ ਉੱਤੇ ਪ੍ਰਾਪਰਟੀ ਨੂੰ ਬਾਏ ਕਰੀਏ, ਕੁਝ ਕਹਿੰਦੇ ਨਹੀਂ ਜੀ ਨਹੀਂ ਬਿਜ਼ਨਸ ਖੋਲ੍ਹ ਕੇ ਕਾਰਪੋਰੇਸ਼ਨ ਖੜੀ ਕਰ ਲਓ, ਉਹਦੇ ਨਾਂ ਦੇ ਉੱਤੇ ਇਨਵੈਸਟਮੈਂਟ ਪ੍ਰਾਪਰਟੀ ਲੈਣੀ ਚਾਹੀਦੀ ਹੈ। ਕੀ ਸੁਜੈਸਟ ਕਰੋਗੇ ਤੁਸੀਂ? Usually answer is it depends. ਤੁਹਾਡੀ ਸਿਚੁਏਸ਼ਨ ਤੇ ਡਿਪੈਂਡ ਕਰਦਾ ਹੈ। ਬਟ ਟੂ ਰੀਫਰੇਮ ਬੇਸਿਕਲੀ ਕੀ ਹੁੰਦਾ ਹੈ ਕਿ there's two ways of holding a property. ਇੱਕ ਤੁਸੀਂ ਆਪਣੇ ਪਰਸਨਲ ਨਾਂ ਤੇ ਖਰੀਦੋ ਜਾਂ ਤੇ ਇੱਕ ਤੁਸੀਂ ਹੋਲਡਿੰਗ ਕੰਪਨੀ ਬਣਾਓ ਤੇ ਉਹ ਹੋਲਡਿੰਗ ਕੰਪਨੀ ਦੇ ਵਿੱਚ ਤੁਸੀਂ ਪੈਸੇ ਪਾਓ ਐਜ਼ ਅ ਡਾਊਨ ਪੇਮੈਂਟ। ਸੋ ਸ਼ੇਅਰ ਹੋਲਡਰ ਹੋਲਡਿੰਗ ਕੰਪਨੀ 'ਚ ਪੈਸੇ ਪਾ ਰਿਹਾ ਤੇ ਹੋਲਡਿੰਗ ਕੰਪਨੀ ਫਿਰ ਜਾ ਕੇ ਪ੍ਰੋਪਰਟੀ ਖਰੀਦਦੀ ਹੈ। ਸੋ ਜਿਹੜੀ ਪ੍ਰੋਪਰਟੀ ਹੈਗੀ ਉਹ ਹੋਲਡਿੰਗ ਕੰਪਨੀ ਤੇ ਨਾਂ ਤੇ ਹੈ, ਜਿਹੜੀ ਰੈਂਟਲ ਇਨਕਮ ਆਏਗੀ, ਐਕਸਪੈਂਸਿਸ ਹੋਣਗੇ, ਸਾਰੇ ਹੋਲਡਿੰਗ ਕੰਪਨੀ ਪੇ ਕਰੇਗੀ। ਸੋ ਇਟਸ ਸੈਪਰੇਟ ਲੀਗਲ ਐਂਟੀਟੀ ਤੁਸੀਂ ਬਣਾ ਰਹੇ ਹੋ। ਸੋ ਦ ਕੁਐਸਚਨ ਇਜ਼ ਕਿ ਤੁਹਾਨੂੰ ਹੋਲਡਿੰਗ ਕੰਪਨੀ ਬਣਾਉਣੀ ਚਾਹੀਦੀ ਹੈ। ਜਿਹੜੀ ਹੋਲਡਿੰਗ ਕੰਪਨੀ ਹੈਗੀ ਹੈ ਉਹਦਾ ਟੈਕਸ ਰੇਟ ਇਜ਼ ਐਕਚੁਅਲੀ ਵੈਰੀ ਹਾਈ ਇਨ ਕੰਪੈਰੀਜ਼ਨ। ਉਹਦਾ ਟੈਕਸ ਰੇਟ ਹੈਗਾ ਇਨ 2016 ਅਬਾਊਟ 50% ਤੁਸੀਂ ਕਹਿ ਲਓ। ਬਟ ਜਦੋਂ ਤੁਸੀਂ ਹੋਲਡਿੰਗ ਕੰਪਨੀ 'ਚੋਂ ਐਜ਼ ਸ਼ੇਅਰ ਹੋਲਡਰਸ ਡਿਵੀਡੈਂਡ ਲੈਂਦੇ ਹੋ ਯੂ ਗੈਟ ਸਮ ਆਫ ਦ ਬੈਨੀਫਿਟਸ ਆਫ ਦੈਟ ਬੈਕ। मैं सॉरी एक मिनट इंटरप्ट कर रहा हूं। व्हेन यू से द टैक्स रेट इज वेरी हाई 50%, इज दिस 50% इते जो प्रॉफिट होएगा ओदे ते 50% yes yes on the profit I just wanted to yes this is only on like rental income ਜਿਹੜਾ net income ਤੁਹਾਡੀ rental income ਹੈਗੇ ਉਹਦੇ ਉੱਤੇ capital gain ਤੇ ਨਹੀਂ। capital gain ਜੋ ਤੁਸੀਂ ਪ੍ਰਾਪਰਟੀ ਵੇਚੋਗੇ ਨਾ ਨਹੀਂ ਸੌਰੀ ਮੈਂ ਉਹਦੇ ਤੇ ਵੀ ਬਾਤ ਜਾਨਣਾ ਹੈਗਾ। ਹਾਂਜੀ ਫਰਜ਼ ਕਰ ਲਓ ਕਿ ਤੁਸੀਂ ਇੱਕ ਪ੍ਰਾਪਰਟੀ ਲਈ ਹੈ, ਠੀਕ ਹੈ ਜੀ, ਤਾਂ ਜਦੋਂ ਵੇਚਾਂਗੇ ਉਹ ਤਾਂ ਕੱਲ ਹੋਏਗਾ। ਅੱਜ ਤੁਸੀਂ ਇਨਕੋਰਪੋਰੇਸ਼ਨ ਤੇ ਲੈ ਲਈ, ਤੁਸੀਂ ਉਹਨੂੰ ਇੱਕ ਹੋਲਡਿੰਗ ਕੰਪਨੀ ਬਣਾ ਦਿੱਤਾ, ਠੀਕ ਹੈ। ਅੱਛਾ ਉਹਦੇ ਤੋਂ ਇੱਕ ਸੇ ਫॉर ਇੰਸਟੈਂਸ $100 ਜਿਹੜੀ ਹੈ ਜੀ ਤੁਹਾਡਾ ਉਹਦੇ ਤੇ ਰੈਂਟ ਤੁਹਾਨੂੰ ਆ ਰਿਹਾ ਪ੍ਰਾਪਰਟੀ ਤੇ ਹੋਲਡਿੰਗ ਕੰਪਨੀ ਦੇ ਉੱਤੇ। ਜਿਹੜਾ ਤੁਹਾਡਾ ਖਰਚਾ ਹੈਗਾ ਉਹਦੇ ਤੇ ਸੇ ਫॉर ਐਗਜ਼ਾਮਪਲ ਉਹ ਤੇ $75 ਖਰਚਾ ਹੈ ਤੇ ਉਹ $25 ਤੇ ਫਿਰ ਹੋਏਗਾ ਨਾ। ਹਾਂਜੀ $25 ਤੇ ਤੁਹਾਨੂੰ ਟੈਕਸ ਪਏਗਾ 50% ਤੇ। ਐਂਡ ਸੇ ਫॉर ਇੰਸਟੈਂਸ ਕਿ ਜੇ ਉਹ 75 ਦੀ ਬਜਾਏ ਤੁਹਾਡਾ ਖਰਚਾ ਹੀ 100 ਹੈ ਪੂਰਾ ਪੈ ਰਿਹਾ ਫਿਰ there is no tax. That's all I wanted to clear. Exactly. Go ahead. ਹਾਂਜੀ there is no tax. ਠੀਕ ਹੈ। because the tax rate is so high generally agar tusi research karo mostly sare ਤੁਹਾਨੂੰ ਕਹਿਣਗੇ ਕਿ you should hold it personally in your name ਕਿਉਂਕਿ ਜਦੋਂ ਤੁਸੀਂ property ਨੂੰ eventually ਵੇਚੋਗੇ you'll have the full money in your hands versus ਅਗਰ ਕੰਪਨੀ ਵੇਚਦੀ ਹੈ ਉਹ ਪੈਸੇ ਪਹਿਲੇ ਕੰਪਨੀ ਕੋਲ ਜਾਣਗੇ ਫਿਰ ਤੁਹਾਨੂੰ ਸੋਚਣਾ ਪਏਗਾ ਕਿ ਕੰਪਨੀ ਚੋਂ ਪੈਸੇ ਕਿਵੇਂ ਕਢਾਈਏ ਕਿ ਸਾਨੂੰ ਫਿਰ ਤੋਂ ਟੈਕਸ ਨਾ ਪਏ। ਸੋ ਅਗਰ ਤੁਸੀਂ ਯੰਗ ਹੈਗੇ if you're young and you're investing in property and ਤੁਹਾਨੂੰ ਪਤਾ ਹੈ ਕਿ ਤੁਸੀਂ 2-3 ਸਾਲ ਰੱਖਣੀ ਹੈ, ਰੱਖ ਕੇ ਤੁਸੀਂ you're going to flip it or you're going to sell it etc. in that case probably it makes sense to hold it in your personal name. ਠੀਕ ਹੈ। but ਅਗਰ ਤੁਸੀਂ if you are let's say the age of 45 50 55 like ਆਪਣੇ ਤੁਸੀਂ ਹੁਣ ਰਿਟਾਇਰਮੈਂਟ ਦੇ ਬਾਰੇ ਸੋਚਣਾ ਸ਼ੁਰੂ ਕਰਤਾ ਹੈ in that case what I tell clients is definitely hold it in a corporation. ਵਾਈ? ਕਿਉਂਕਿ ਕਾਰਪੋਰੇਸ਼ਨ ਦੇ ਨਾਲ ਤੁਸੀਂ ਟੈਕਸ ਪਲੈਨਿੰਗ ਕਰ ਸਕਦੇ ਹੋ। ਸੋ ਸ਼ੇਅਰ ਹੋਲਡਰਸ ਤੁਸੀਂ ਕਰ ਸਕਦੇ ਹੋ। ਸੋ ਇਟ ਕੈਨ ਬੀ ਯੋਰ ਵਾਈਫ, ਇਟ ਕੈਨ ਬੀ ਯੋਰ ਕਿਡਸ, ਯੂ ਕੈਨ ਹੈਵ ਅ ਟਰਸਟ ਇਨ ਪਲੇਸ ਕਿ ਅੱਗੇ ਬੱਚਿਆਂ ਨੂੰ ਤੁਸੀਂ ਜਿਵੇਂ ਪ੍ਰਾਪਰਟੀ ਦੇਣੀ ਹੈਗੀ ਹੈ ਯੂ ਕੈਨ ਪਾਸ ਔਨ ਦ ਵੈਲਥ ਟੂ ਦ ਕਿਡਸ। The other reason is ਕਿ if you're holding on to a property personally ਤੁਸੀਂ ਕੰਪਨੀ ਦੇ ਵਿੱਚ ਰੋਲ ਕਰ ਸਕਦੇ ਹੋ। you can roll the property into the company at a later point. ਕੰਪਨੀ ਓਨ ਕਰੇਗੀ ਪ੍ਰੋਪਰਟੀ ਨੂੰ you take back whatever ਜਿੰਨੇ ਵੀ ਤੁਸੀਂ ਰੋਲ ਕੀਤੇ ਉਹਨਾਂ ਤੁਹਾਨੂੰ ਪੈਸਾ ਕੰਪਨੀ ਚੋਂ ਮਿਲ ਜਾਏਗਾ। so there are ways around it. It allows us to income split. It allows us to plan for your future. and ਜਿਹੜੀ ਟੈਕਸ ਪਲੈਨਿੰਗ ਹੁੰਦੀ ਹੈ ਤੁਹਾਨੂੰ ਪਤਾ ਹੈ ਟੈਕਸ ਦੇ ਬਾਰੇ it's all about planning ਕਿਵੇਂ ਅਸੀਂ ਟੈਕਸ ਥੋੜਾ ਮਿਨੀਮਾਈਜ਼ ਕਰ ਸਕਦੇ ਹਾਂ
when you hold it in your personal name, there's really not much you can do. हर साल तो income दिखानी पैंदी है. अगर ਤੁਹਾਡੇ ਕੋਲ ਕੋਈ ਹੋਰ source of income नहीं हैगी, you still have to pay tax, right, on the rental income. Right. Versus if you have it in a corporation, or corporation tax pay करती है. So depending on your tax rate, depending on your age, depending on your situation, the answer is it depends. But आजकल real estate market is very hot. Very hot. So अगर ਤੁਹਾਡੇ ਕੋਲ ਇੱਕ ਹੋਰ company ਹੈਗੀ ਹੈ, let's say you have an operating company, ਤੁਸੀਂ already incorporated ਹੈਗੇ ਹੋ, the question is, well, ਤੁਸੀਂ company ਚੋਂ ਪੈਸੇ ਕੱਢੋਗੇ to make the down payment, right? ਤੁਸੀਂ company ਚੋਂ ਪੈਸੇ ਕੱਢੇ, you get taxed, and then ਤੁਸੀਂ ਦੂਸਰੀ company ਚ ਪਾ ਰਹੇ ਹੋ. So then why not have another company? ਇੱਕ company ਦੂਸਰੀ company ਨੂੰ loan ਦਿੰਦੀ ਹੈ, that loan bears interest at 1% or non-interest bearing, and that's all tax free between the companies. Okay. So again, planning, tax planning, ਕਿਵੇਂ ਅਸੀਂ planning ਕਰ ਸਕਦੇ ਹਾਂ. So ਹਰ ਬੰਦੇ ਦੀ situation ਵੱਖ ਹੁੰਦੀ ਹੈ, but depending on your situation, it may make sense to hold it personally or hold it in a corporation. ਠੀਕ ਹੈ, ਹੁਣ ਆ ਜਨੇ ਜਿਹੜਾ ਫਾਈਨਲ ਪਾਰਟ ਹੈਗਾ, ਜੇ ਫਰਜ਼ ਕਰ ਲਓ ਅਸੀਂ ਨਹੀਂ ਬੱਚਿਆਂ ਨੂੰ ਪਾਸ ਆਨ ਕੀਤੀ, ਟਰਸਟ ਵਿੱਚ ਨਹੀਂ ਪਾਈ, ਕੰਪਨੀ ਤੁਸੀਂ ਖਰੀਦੀ ਹੋਲਡਿੰਗ ਕੰਪਨੀ ਦੇ ਵਿੱਚ ਔਰ ਉਹਨੂੰ ਅਸੀਂ ਸੇਲ ਕਰ ਦਿੱਤਾ, ਫਿਰ ਕੀ ਹੋਏਗਾ? So there's different ways of selling. So first is कि तुसी की बेच रहे हो, तुसी अपनी कंपनी दी शेयर्स बेच रहे हो या तुसी अपनी कंपनी दी एसेट्स बेच रहे हो. Assets meaning obviously ਜਿਹੜੀ तुसी property हैगी है, तुसी ਉਹਨੂੰ बेच रहे हो. If you sell that property in the corporation, ਉਹਦੇ ਉੱਤੇ ਤੁਹਾਨੂੰ capital gain ਪੈਂਦਾ ਹੈ. So capital gain in a company is taxed at a flat, I think 23.9%. So flat, doesn't matter कितनी ਤੁਹਾਡੀ income हैगी है, like if you have a $600,000 gain, ਉਹਦੇ ਉੱਤੇ ਤੁਹਾਨੂੰ 23% on 600,000. The good thing is कि capital gains are half taxed. Half taxed मतलब कि अगर ਤੁਹਾਡੇ ਕੋਲ 600 ਦਾ gain हैगा, you get taxed at 300,000. But 300,000 ਤੇ ਤੁਹਾਡਾ 46% tax rate ਬਣਦਾ, not the 23. So the 23 is on the full amount, just for clarifying purposes. ਠੀਕ ਹੈ. अगर ਤੁਸੀਂ personal ਆਪਣੀ property ਨੂੰ ਵੇਚ ਰਹੇ ਹੋ in your personal name, you get into the tax brackets कि ਤੁਸੀਂ ਕਿਹੜੇ tax brackets ਹੈਗੇ ਹੋ, and based on that, that's what your tax rate is. ਠੀਕ ਹੈ. ਅੱਛਾ, ਹੁਣ ਕਹ ਰਹੇ ਕਿ HST ਵਾਸਤੇ ਰਜਿਸਟਰ ਕਰ ਲਓ, ਇਹ ਕਿਹਨਾਂ ਲੋਕਾਂ ਨੂੰ ਕਰਨਾ ਪੈਂਦਾ HST ਵਾਸਤੇ ਰਜਿਸਟਰ? So HST is so HST actually came into existence in Ontario in 2013. ਪਹਿਲੇ ਕੀ ਸੀਗਾ, ਇੱਕ provincial part of tax ਹੁੰਦਾ ਸੀਗਾ, ਇੱਕ GST ਮਤਲਬ federal part ਹੁੰਦਾ ਸੀ. Federal part is same anywhere in Canada. ਤੁਸੀਂ Quebec ਚਲੇ ਜਾਓ, Alberta ਚਲੇ ਜਾਓ, Ontario, which is 5%. Even today is 5%. ਜਿਹੜਾ provincial tax ਹੈਗਾ, that varies province to province. So Ontario ਦੇ ਵਿੱਚ it's about 8%, Alberta ਦੇ ਵਿੱਚ it's 0. So back in I think it's actually before 2013, I think 2011 or 12, ਉਹਨਾਂ ਨੇ the government merged in Ontario, they merged the provincial tax and the federal tax together, so that now it's 13%. So tax mostly agar ਤੁਹਾਡਾ business ਹੈਗਾ, you are, whether you're incorporated or not incorporated, but you have a business, you have to register for HST unless you meet 3 conditions. ਪਹਿਲਾ ਹੈਗਾ ਕਿ you are providing an exempt service. Exempt service ਕੀ ਹੁੰਦੀ ਹੈ ਕਿ ਅਗਰ ਤੁਸੀਂ ਡਾਕਟਰ ਹੈਗੇ ਹੋ, CRA says that as a doctor, as a dentist, you are providing an exempt service. Chiropractors, you don't have to register for HST. दूसरा हैगा if you are providing a zero rated service. Zero rated मतलब कि you don't charge HST, but ਜਿਹੜੀ ਤੁਸੀਂ HST pay ਕਰਦੇ ਹੋ, you're able to claim that back. Okay. So for example, pharmacist, yeah, a lot of courier services, like if you are picking up from one end and delivering it to somewhere in Ontario, ਤੁਸੀਂ ਬਸ pick up and drop off ਕਰ ਰਹੇ ਹੋ, you are zero rated. So you register for HST, ਤੁਸੀਂ ਕਲੈਕਟ ਨਹੀਂ ਕਰ ਰਹੇ ਕਿਸੇ ਤੋਂ, ਬਟ ਜਿਹੜੇ ਵੀ ਤੁਹਾਡੇ ਗੱਡੀ ਦੇ ਖਰਚੇ ਹੈਗੇ ਜਿਹਦੇ ਉੱਤੇ ਤੁਸੀਂ HST ਪੇ ਕਰ ਰਹੇ ਹੋ, you can claim all of that back. Okay. And the third is if you are considered, the third exemption is if you are considered a small supplier. Small supplier is agar ਤੁਹਾਡੀ annual sales are less than 30,000. Okay. If you are a taxi driver, limousine driver, it doesn't matter. You have to register for HST. 30,000 ਉਹਨਾਂ ਦੇ ਲਈ apply ਨਹੀਂ ਹੁੰਦਾ. It doesn't apply to them. But anyone else, even if your income is less than 30,000, you can voluntarily register. But as soon as you go over the 30,000, you have to register for HST on mostly everything else that you provide. ਇੱਕ ਸਵਾਲ ਹੋ ਰਿਹਾ, ਤੁਸੀਂ ਹੁਣੇ ਗੱਲ ਕੀਤੀ ਹੈ ਕਿ ਜਿਹੜੇ ਟੈਕਸੀ ਡਰਾਈਵਰਸ ਜਾਂ ਲਿਮੋ ਡਰਾਈਵਰਸ, ਅੱਜ ਕੱਲ ਹੁਣ ਟੈਕਸੀ ਡਰਾਈਵਰਸ ਲਿਮੋ ਦੇ ਨਾਲ ਨਾਲ ਉਬਰ, ਜਸਟ ਇਨ ਮਿਸਿਸਾਗਾ ਵੀ ਹੈਵ ਅਰਾਊਂਡ 5,000 ਆਫ them. Thousands in Brampton, thousands in Toronto, ਹੁੰਦੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹੈਗੇ ਨੇ. ਸੋ ਜਿਹੜੇ ਉਬਰ ਦੇ ਜਿਹੜੇ ਟੈਕਸੀ ਡਰਾਈਵਰਸ ਨੇ, ਉਹ ਉਹਨਾਂ ਨੂੰ HST ਵਾਸਤੇ ਰਜਿਸਟਰ ਕਰਨਾ ਹੈ, ਨਹੀਂ ਕਰਨਾ, ਕੀ ਹੈ ਉਹਨਾਂ ਦਾ? So the funny part is that the CRA has not been very clear on the answer. So agar tusi soche ki Uber drivers kind of fall into the same category as taxi drivers, same service provide kar rahe hai.
So where taxi drivers have to register for HST, so it doesn't matter अगर उन्होंने कोल $1 ਦੀ revenue है या 50,000 ਦੀ revenue है या 100,000, they have to register. Versus with Uber drivers, CRA ਕਹਿੰਦੀ ਹੈ कि they fall into the small business category. मतलब अगर उन्होंने the annual sales are more than 30,000, then they have to register. The tricky part with Uber drivers is ਜਿਹੜੇ mostly Uber drivers ਨੇ ਉਹ part time ਕਰ ਰਹੇ ਆ, so they have another another source of income, plus ਉਹਦੇ ਉੱਤੇ ਫਿਰ ਉਹ part time ਤੇ ਟੈਕਸੀ ਚਲਾਉਂਦੇ ਪਏ ਆਪਣੀ Uber car drive ਕਰ ਰਹੇ ਆ. Right. The tricky part comes when ਜਿਹੜਾ ਤੁਹਾਡਾ ਇੱਕ ਬਿਜ਼ਨਸ ਹੈਗਾ, so let's say ਕਿ ਤੁਸੀਂ ਇੱਕ ਟਾਈਮ ਤੇ you're selling something, ਤੁਸੀਂ sales ਦੀ job ਕਰ ਰਹੇ ਹੋ, your income is 20,000, so ਉਹਦੇ ਉੱਤੇ you don't have to register for HST. And now let's say कि ਤੁਸੀਂ Uber car drive ਕਰ ਰਹੇ ਹੋ and you earn 10,000, so now what happens is combined you're 30,000 or more, so now you have to register for HST. So that's very important because Uber is a technology company ਹੈਗੀ ਹੈ, everything is paper, everything is traceable. So agar tusi it's very easy for the CRA to come back and validate कि किन्ने individual किन्ने taxpayer how much income they actually earned from driving an Uber car. So very important to understand कि ਤੁਹਾਡੀ legal requirement ਕੀ ਹੈਗੀ ਹੈ to register or not register for HST. ਠੀਕ ਹੈ ਜੀ। ਔਰ ਇੱਕ ਮੇਰਾ ਆਖਰੀ ਸਵਾਲ ਹੈ ਕਿ ਜੇ ਜਿਹੜੀ HST ਹੈਗੀ ਆ, ਫਰਜ਼ ਕਰ ਲਓ ਕੁਝ ਲੋਕ ਕਹਿੰਦੇ ਨੇ ਕਿ ਜੀ ਸਾਡੀ ਜਿਹੜੀ HST ਆ ਉਹ ਲੇਟ ਹੋ ਗਈ ਆ, ਕੁਝ ਕਹਿੰਦੇ ਅਸੀਂ ਕੁਆਟਰਲੀ ਭਰਨੀ ਸੀ, ਕੁਝ ਕਹਿੰਦੇ ਮੰਥਲੀ ਐਨੂਅਲ ਭਰਨੀ ਸੀਗੀ, ਲੇਟ ਹੋ ਗਈ ਹੈ, ਇਹ ਕਿੰਨੀ ਕੁ ਦੇਰ ਤੱਕ ਲੇਟ ਜਿਹੜੀ ਹੈ ਉਹ ਫਿਰ ਪੈਨਲਟੀ ਨਹੀਂ ਲੱਗਦੀ, ਔਰ ਫਿਰ ਕਿਤੇ ਪੈਨਲਟੀ ਲੱਗਦੀ ਹੈ, ਇੰਟਰਸਟ ਲੱਗਦੀ ਹੈ, ਉਹਦੀ ਵੀ ਥੋੜੀ ਜਿਹੀ ਦਿਓ ਸਾਨੂੰ ਡਿਟੇਲ। So HST ਦਾ ਕੀ ਹੈਗਾ ਕਿ CRA has certain thresholds. So depending ਕਿ ਤੁਹਾਡੀ annual sales ਕਿੰਨੀ ਹੈਗੀ ਹੈ, you have to be either a monthly filer, a quarterly filer or an annual filer. Okay. Mostly ਜਿਹੜੇ small business owners ਹੁੰਦੇ ਆ, they are annual filers or quarterly filers. ਠੀਕ ਹੈ। If you are a quarterly filer, so let's say January, February, March ਤੁਹਾਡਾ first quarter ਹੈਗਾ, you have to file your first HST. Sorry, ਮੈਂ ਇੱਕ ਮਿੰਟ ਇੰਟਰਰਪਟ ਕਰ ਰਿਹਾ। ਤੁਸੀਂ ਕਿਹਾ small business either annual or quarterly. So it's at their discretion ਕਿ ਕੋਈ ਉਹਦਾ quarterly or annual ਦਾ ਵੀ ਕੀ ਫਰਕ ਹੈ? There is a threshold. What is that? It depends. I don't remember off top of my head, but I think it's if your annual revenues are more than, I'm thinking $2 million, I believe, you have to register quarterly. Quarterly, okay. And then if you're above certain other level, I think it's 10 million. And this is not just one company. Right. This is all of the associated companies. So सारी ਜਿਹੜੀ ਤੁਹਾਡੀ ਕੰਪਨੀ ਸਾਡੇ ਨਾਂ ਤੇ ਹੈਗੀ, you have to look at all of them. Look at all of them. Exactly. Okay. So ਉਹਦੇ ਉੱਤੇ depend ਕਰਦਾ ਹੈ. You can, when you first register for HST, you can always tell the government कि कि पहले मेरे को इतनी revenue सीगी, so I was a quarterly filer, but now administratively मेरे लिए बहुत कम हो रहा है, so I just want to be an annual filer. Okay. So you call them, but what you have to do is, let's say कि you were a quarterly filer and तुसी November चाहते हो तो कहते हो यार हुन I don't want to file quarterly, so government की कहेंगे कि well still file your return up to December for the quarter, and then starting next year you will be an annual filer. Okay. So if you're a quarterly filer, ਤੁਹਾਡੀ HST return is due a month after the end of the quarter. So January, February, March, your GST or HST return is due April 30th. If you're an annual filer, मतलब January to December, let's say, you have to file by 3 months after year end. So January by March 31st. Penalties, if you owe money to the government, penalties for not filing are severe, 5% of the unpaid amount. अगर ਤੁਹਾਨੂੰ refund आ रहा है, there's really no penalty. Government ने ਤੁਹਾਨੂੰ पैसे दे रहे हैं, so they're not going to give you interest if you don't file, obviously. Right. But the quicker you file, ਜਿੰਨੀ ਜਲਦੀ ਤੁਸੀਂ file ਕਰੋਗੇ, ਉਨੋਂ ਜਲਦੀ ਤੁਹਾਨੂੰ refund ਆਏਗਾ. ਠੀਕ ਹੈ ਜੀ। ਅਸੀਂ ਦੱਸ ਦਈਏ ਕਿ ਸਾਡੀ ਗੱਲਬਾਤ ਜਿਹੜੀ ਹੋ ਰਹੀ ਸੀਗੀ ਜੀ, ਉਹ ਹਰਪ੍ਰੀਤ ਵਡੇਰਾ ਜੀ ਦੇ ਨਾਲ ਹੋ ਰਹੀ ਸੀ, ਵਡੇਰਾ ਅਕਾਊਂਟਿੰਗ ਸਰਵਿਸਿਜ਼ ਤੋਂ। ਸੋ ਹਰਪ੍ਰੀਤ ਜੀ, ਤੁਸੀਂ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਚਾਹਾਂਗਾ ਕਿ ਤੁਸੀਂ ਆਪਣਾ ਫੋਨ ਨੰਬਰ, ਮੇਜਰ ਇੰਟਰਸੈਕਸ਼ਨ ਔਰ ਐਡਰੈਸ ਜ਼ਰੂਰ ਦੱਸ ਦਿਓ ਜੀ। ਹਾਂਜੀ, ਫੋਨ ਨੰਬਰ ਹੈਗਾ 905 790 0657, 905 790 0657, ਤੇ ਐਡਰੈਸ ਹੈਗਾ 80 ਮੈਰੀਟਾਈਮ ਓਨਟਾਰੀਓ ਬੁਲੇਵਾਰਡ, ਯੂਨਿਟ 52, ਬਰੈਂਪਟਨ ਦੇ ਵਿੱਚ। ਇਹ ਹੈਗੀ ਹੈ 에ਅਰਪੋਰਟ ਐਂਡ ਕੁਈਨ ਤੇ, ਵਿਚ ਬੇਸਿਕਲੀ ਖਜ਼ਾਨਾ ਰੈਸਟੋਰੈਂਟ ਹੈਗਾ ਜਿਹੜਾ ਵੈਰੀ ਫੇਮਸ, ਤੇ ਹੋਮ ਡੀਪੋ ਦੇ ਪਲਾਜ਼ਾ ਦੇ ਵਿੱਚ। ਸੋ 905 790 0657। ਥੈਂਕ ਯੂ ਜੀ। ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਜ਼ਰੂਰ ਦੱਸਣਾ ਚਾਹਾਂਗੇ ਕਿ ਹਰਪ੍ਰੀਤ ਵਡੇਰਾ ਜੀ ਜਿਹੜੇ ਹੈਗੇ ਨੇ ਜੀ, ਇਹਨਾਂ ਨੇ ਤਕਰੀਬਨ ਇੱਥੋਂ ਐਜੂਕੇਸ਼ਨ ਲਈ ਹੈਗੀ ਆ, ਤਕਰੀਬਨ 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਹੈਗਾ। ਸੋ ਡਜ਼ਨਟ ਮੈਟਰ ਤੁਹਾਡੀ ਜਿਹੜੀ ਕੰਪਨੀ ਹੈ, ਸਮਾਲ ਬਿਜ਼ਨਸ ਹੈਗੀ ਆ, ਲਾਰਜ ਕਾਰਪੋਰੇਸ਼ਨ ਹੈਗੀ ਆ, ਤੁਹਾਡੇ ਕੋਲ ਬਹੁਤ ਜ਼ਿਆਦਾ ਇੰਪਲੋਈਜ਼ ਹੈਗੇ ਨੇ, ਜਾਂ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ, ਹਸਬੈਂਡ ਵਾਈਫ ਦੀ ਟੀਮ ਹੈਗੀ ਹੈ, ਟੈਕਸੀ ਚਲਾ ਰਹੇ ਹੋ, ਟਰੱਕ
ਚਲਾ ਰਹੇ ਹੋ, ਪਹਿਲੀ ਵਾਰ ਕੰਪਨੀ ਤੁਸੀਂ ਰਜਿਸਟਰ ਕਰਾਉਣਾ ਚਾਹੁੰਦੇ ਹੈਗੇ ਹੋ, ਪਾਰਟਨਰਸ਼ਿਪ ਹੈਗੀ ਹੈ, ਕੋਈ ਸਵਾਲ ਹੈਗਾ ਬਿਲਕੁਲ ਬੇਝਿਜਕ ਤੁਸੀਂ ਵਡੇਰਾ ਅਕਾਊਂਟਿੰਗ ਸਰਵਿਸਿਜ਼ ਦੇ ਉੱਤੇ ਤੁਸੀਂ ਹਰਪ੍ਰੀਤ ਵਡੇਰਾ ਜੀ ਨਾਲ ਮੁਲਾਕਾਤ ਕਰ ਸਕਦੇ ਹੋ। ਹਰਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਐਂਡ ਵੀ ਵਿਸ਼ ਯੂ ਆਲ ਦ ਬੈਸਟ। ਥੈਂਕ ਯੂ ਸੋ ਮਚ। ਥੈਂਕ ਯੂ ਜੀ। Channel Y, a South Asian Canadian channel. Call Rogers or Bell today and subscribe to Channel Y. Channel Y. For more information, visit southasiadaily.com. You are watching Channel Y. Channel Y, a South Asian Canadian channel.